ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੀਵੀ ਸਿੱਖਿਆ ਸੈਂਟਰ 'ਤੇ। ਅੱਜ ਅਸੀਂ ਕਰਾਂਗੇ ਬੇਸਿਕ ਕੰਪਿਊਟਰ ਦੀ ਕਲਾਸ ਨੰਬਰ 2। ਇਸ ਵਿੱਚ ਅਸੀਂ ਟੋਪ 20 MCQ ਕਰਾਂਗੇ। ਇਹ ਜੋ ਤੁਹਾਨੂੰ ਮੈਂ ਟੋਪ 20 MCQ ਕਰਾਵਾਂਗਾ, ਇਹ ਪ੍ਰੀਵੀਅਸ ਈਅਰ ਦੇ ਉਹ ਮਹੱਤਵਪੂਰਨ 100 ਪ੍ਰਸ਼ਨ ਹਨ ਜੋ ਵਾਰ-ਵਾਰ ਪੇਪਰ ਵਿੱਚ ਪੁੱਛੇ ਜਾਂਦੇ ਹਨ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਪ੍ਰਸ਼ਨ ਨੰਬਰ 1 ਹੈਗਾ ਜੀ ਸਾਡੇ ਕੋਲ, ਸਿਮ ਦਾ ਪੂਰਾ ਨਾਮ ਕੀ ਹੈ। ਪ੍ਰਸ਼ਨ ਨੰਬਰ 1, ਸਿਮ ਦਾ ਪੂਰਾ ਨਾਮ ਕੀ ਹੈ। ਤਾਂ ਇਹਦਾ ਸਹੀ ਆਨਸਰ ਹੋਵੇਗਾ ਸਬਸਕ੍ਰਾਈਬ ਆਈਡੈਂਟੀ ਮੋਡਿਊਲ, ਆਪਸ਼ਨ ਏ। ਪ੍ਰਸ਼ਨ ਨੰਬਰ 1 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 2 'ਤੇ। ਡਿਜੀਟਲ ਕੰਪਿਊਟਰ ਕਿਸ ਸਿਧਾਂਤ 'ਤੇ ਕੰਮ ਕਰਦਾ ਹੈ। ਤਾਂ ਇਹਦਾ ਸਹੀ ਆਨਸਰ ਹੋਗਾ ਗਣਨਾ, ਕੈਲਕੂਲੇਸ਼ਨ। ਪ੍ਰਸ਼ਨ ਨੰਬਰ 3, ਸਭ ਤੋਂ ਤੇਜ਼ ਗਤੀ ਦਾ ਪ੍ਰਿੰਟਰ ਕਿਹੜਾ ਹੈ। ਤਾਂ ਸਭ ਤੋਂ ਤੇਜ਼ ਗਤੀ ਦਾ ਪ੍ਰਿੰਟਰ ਲੇਜ਼ਰ ਪ੍ਰਿੰਟਰ ਹੈ, ਆਪਸ਼ਨ ਏ ਇਸ ਦਾ ਬਿਲਕੁਲ ਸਹੀ ਆਨਸਰ ਹੋਵੇਗਾ। ਹੁਣ ਚੱਲਦੇ ਹਾਂ ਪ੍ਰਸ਼ਨ ਨੰਬਰ 4 'ਤੇ। ਬਾਕੀ ਕੰਪਿਊਟਰਾਂ ਨਾਲੋਂ ਸੁਪਰ ਕੰਪਿਊਟਰ ਕਿਵੇਂ ਵੱਖ ਹੁੰਦਾ ਹੈ। ਆਪਸ਼ਨ ਏ, ਕੀ ਇਸ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ, ਨਹੀਂ। ਆਪਸ਼ਨ ਬੀ, ਏਅਰ ਕੰਡੀਸ਼ਨਿੰਗ ਦੀ ਸਮੱਸਿਆ ਕਰਕੇ, ਇਹ ਵੀ ਨਹੀਂ। ਆਪਸ਼ਨ ਸੀ, ਗਣਨ ਸਮਰੱਥਾ ਅਤੇ ਵੱਡੀ ਸਟੋਰੇਜ ਮੈਮਰੀ, ਇਹ ਬਿਲਕੁਲ ਸਹੀ ਹੋਵੇਗਾ। ਆਪਸ਼ਨ ਸੀ ਇਸ ਦਾ ਬਿਲਕੁਲ ਸਹੀ ਆਨਸਰ ਹੈ। ਗਣਨ ਸਮਰੱਥਾ ਅਤੇ ਵੱਡੀ ਸਟੋਰੇਜ ਕਰਕੇ ਬਾਕੀ ਕੰਪਿਊਟਰ ਨਾਲੋਂ ਸੁਪਰ ਕੰਪਿਊਟਰ ਵੱਖ ਹੁੰਦਾ ਹੈ। ਪ੍ਰਸ਼ਨ ਨੰਬਰ 5, ਆਧੁਨਿਕ ਡਿਜੀਟਲ ਕੰਪਿਊਟਰਾਂ ਵਿੱਚ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ। ਤਾਂ ਜੋ ਆਧੁਨਿਕ ਡਿਜੀਟਲ ਕੰਪਿਊਟਰਾਂ ਵਿੱਚ ਸਿਸਟਮ ਵਰਤਿਆ ਜਾਂਦਾ ਉਹ ਹੈ ਜੀ ਬਾਈਨਰੀ ਨੰਬਰ ਦਾ। ਬਾਈਨਰੀ ਨੰਬਰ ਤੋਂ ਅਸੀਂ ਸਮਝਦੇ ਹਾਂ 0 ਅਤੇ 1 ਦੀ ਫੋਰਮ ਵਿੱਚ ਜੋ ਨੰਬਰ ਲਿਖਿਆ ਜਾਂਦਾ ਹੈ। 0 ਲਈ ਜੋ ਕੋਡ ਵਰਤਿਆ ਜਾਂਦਾ ਇਸ ਵਿੱਚ ਉਹ ਵਰਤਿਆ ਜਾਂਦਾ ਹੈ ਸਟਾਰ, ਇਹ ਵੀ ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ। ਅਤੇ 1 ਲਈ ਜੋ ਕੋਡ ਵਰਤਿਆ ਜਾਂਦਾ ਹੈ ਉਹ ਹੈ ਜੀ ਹੈਸ਼। ਠੀਕ ਹੈ ਜੀ, ਇਹ ਬਾਈਨਰੀ ਕੋਡਿੰਗ ਮਤਲਬ ਕਿ ਬਾਈਨਰੀ ਨੰਬਰ ਸਿਸਟਮ ਆਧੁਨਿਕ ਡਿਜੀਟਲ ਕੰਪਿਊਟਰਾਂ ਵਿੱਚ ਵਰਤਿਆ ਜਾਂਦਾ ਹੈ। ਪ੍ਰਸ਼ਨ ਨੰਬਰ 5 ਤੋਂ ਬਾਅਦ ਚੱਲਦੇ ਜੀ ਪ੍ਰਸ਼ਨ ਨੰਬਰ 6 'ਤੇ। ਹੇਠ ਲਿਖਿਆਂ ਵਿੱਚੋਂ ਕਿਹੜੀ ਵਿਗਿਆਨਿਕ ਕੰਪਿਊਟਰ ਭਾਸ਼ਾ ਹੈ। ਗੱਲ ਹੋਈ ਹੈ ਵਿਗਿਆਨਿਕ ਕੰਪਿਊਟਰ ਭਾਸ਼ਾ ਦੀ, ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਸੀ, ਫੋਰਟਰਨ। ਫੋਰਟਰਨ ਹੈ ਜੋ ਇੱਕ ਵਿਗਿਆਨਿਕ ਕੰਪਿਊਟਰ ਭਾਸ਼ਾ ਹੈ। ਹੁਣ ਗੱਲ ਕਰੀਏ ਆਪਾਂ ਬਾਕੀ ਆਪਸ਼ਨ ਏ, ਬੀ ਅਤੇ ਡੀ ਦੀ। ਬੇਸਿਕ, ਕੋਬੋਲ ਅਤੇ ਪ੍ਰੋਲੋਗ, ਇਹਨਾਂ ਦੀਆਂ ਫੁੱਲ ਫਾਰਮਸ ਅਕਸਰ ਹੀ ਐਗਜ਼ਾਮ ਵਿੱਚ ਪੁੱਛ ਲਈਆਂ ਜਾਂਦੀਆਂ ਹਨ। ਅਤੇ ਜੋ ਇਹ ਚਾਰੇ ਭਾਸ਼ਾਵਾਂ ਹਨ ਇਹ ਇੱਕ ਉੱਚ ਸਤਰੀ ਜਾਂ ਫਿਰ ਹਾਈ ਲੈਵਲ ਦੀਆਂ ਭਾਸ਼ਾਵਾਂ ਹਨ, ਤੁਸੀਂ ਇਹ ਵੀ ਧਿਆਨ ਰੱਖਣਾ ਹੈ। ਤਾਂ ਗੱਲ ਕਰੀਏ ਪਹਿਲਾਂ ਆਪਾਂ ਬੇਸਿਕ ਦੀ ਫੁੱਲ ਫਾਰਮ ਦੀ, ਤਾਂ ਬੇਸਿਕ ਦੀ ਫੁੱਲ ਫਾਰਮ ਹੋ ਜਾਵੇਗੀ ਬਿਗਨਰਸ ਆਲ ਪਰਪਸ ਸਿੰਬੋਲਿਕ ਇੰਸਟਰਕਸ਼ਨ ਕੋਡ। ਅਤੇ ਕੋਬੋਲ ਦੀ ਫੁੱਲ ਫਾਰਮ ਹੋ ਜਾਵੇਗੀ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਫੋਰਟਰਨ ਦੀ ਫੁੱਲ ਫਾਰਮ ਹੋ ਜਾਵੇਗੀ ਫਾਰਮੂਲਾ ਟਰਾਂਸਲੇਸ਼ਨ। ਠੀਕ ਹੈ ਜੀ। ਉਸ ਤੋਂ ਬਾਅਦ ਪ੍ਰੋਲੋਗ ਦੀ ਫੁੱਲ ਫਾਰਮ ਹੈ ਜੀ ਪ੍ਰੋਗਰਾਮਿੰਗ ਇਨ ਲੌਜਿਕ। ਪ੍ਰਸ਼ਨ ਨੰਬਰ 6 ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 'ਤੇ। ਕੰਪਿਊਟਰ ਭਾਸ਼ਾ ਕੋਬੋਲ ਕਿਸ ਲਈ ਉਪਯੋਗੀ ਹੈ। ਸਾਨੂੰ ਪਤਾ ਹੈ ਕੋਬੋਲ ਦੀ ਜੋ ਫੁੱਲ ਫਾਰਮ ਹੈ ਉਹ ਹੈਗਾ ਜੀ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਕੀ ਬਿਜ਼ਨਸ ਓਰੀਐਂਟਡ, ਤਾਂ ਇਹ ਬਿਜ਼ਨਸ ਨਾਲ ਸੰਬੰਧਿਤ ਹੈ, ਮਤਲਬ ਕਿ ਵਪਾਰਕ ਕੰਮਾਂ ਨਾਲ ਇਹ ਜੋ ਹੈ ਸੰਬੰਧਿਤ ਹੈ। ਆਪਸ਼ਨ ਇਹ ਜੋ ਪ੍ਰਸ਼ਨ ਨੰਬਰ 7 ਦਾ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 7 ਤੋਂ ਬਾਅਦ ਚੱਲਦੇ ਹਾਂ ਜੀ ਅਸੀਂ ਪ੍ਰਸ਼ਨ ਨੰਬਰ 8 'ਤੇ। ਇੱਕ ਪੈਨ ਡਰਾਈਵ ਹੈ ਇੱਕ ਨਿਸ਼ਚਿਤ ਸੈਕੰਡਰੀ ਸਟੋਰੇਜ ਯੂਨਿਟ, ਮਤਲਬ ਨਿਸ਼ਚਿਤ ਦਾ ਮਤਲਬ ਕਿ ਇਸ ਵਿੱਚ ਜੋ ਵੀ ਇੱਕ ਵਾਰ ਸਟੋਰ ਕਰ ਲਿਆ ਜਾਂਦਾ ਉਸਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ, ਨਹੀਂ, ਇਹ ਗਲਤ ਹੈ। ਪ੍ਰਸ਼ਨ ਨੰਬਰ 20, ਇੱਕ ਚੁੰਬਕੀ ਸਟੋਰੇਜ ਹੈ ਕਿ ਇਸ ਵਿੱਚ ਮੈਗਨੇਟ ਯੂਜ਼, ਨਹੀਂ। ਆਪਸ਼ਨ ਸੀ, ਹਟਾਉਣਯੋਗ ਸੈਕੰਡਰੀ ਮੈਮਰੀ, ਬਿਲਕੁਲ ਇਹ ਜੋ ਹੈ ਇੱਕ ਹਟਾਉਣਯੋਗ ਸੈਕੰਡਰੀ ਮੈਮਰੀ ਹੈ। ਮਤਲਬ ਕਹਿਣੇ ਦਾ ਹੈ ਕਿ ਇਸ ਵਿੱਚ ਪੈਨ ਡਰਾਈਵ ਵਿੱਚ ਜੋ ਅਸੀਂ ਇੱਕ ਵਾਰ ਭਰ ਲੈਂਦੇ ਹਾਂ ਤਾਂ ਉਸਨੂੰ ਦੂਸਰੀ ਵਾਰ ਡਿਲੀਟ ਕਰਕੇ ਫਿਰ ਉਸ ਵਿੱਚ ਹੋਰ ਕੁਝ ਭਰ ਸਕਦੇ ਹਾਂ। ਪ੍ਰਸ਼ਨ ਨੰਬਰ 9 'ਤੇ ਚੱਲਦੇ ਹਾਂ ਜੀ ਹੁਣ। ਪ੍ਰਸ਼ਨ ਨੰਬਰ 9 ਹੈ ਜੀ ਸਾਡੇ ਕੋਲ, ਵਿਕਸਿਤ ਪਹਿਲੀ ਕੰਪਿਊਟਰ ਭਾਸ਼ਾ ਹੈ ਫੋਰਟਰਨ। ਤਾਂ ਇਸਦਾ ਸਹੀ ਆਨਸਰ ਹੋਗਾ ਫੋਰਟਰਨ ਹੈ ਜੋ ਪਹਿਲੀ ਵਿਕਸਿਤ ਭਾਸ਼ਾ ਸੀ। ਪ੍ਰਸ਼ਨ ਨੰਬਰ 9 ਦਾ ਸਹੀ ਆਨਸਰ ਹੈ ਫੋਰਟਰਨ। ਪ੍ਰਸ਼ਨ ਨੰਬਰ 10, ਅੰਗਰੇਜ਼ੀ ਭਾਸ਼ਾ ਵਰਗੀ ਉੱਚ ਪੱਧਰੀ ਕੰਪਿਊਟਰ ਭਾਸ਼ਾ ਹੈ।
ਤਾਂ ਇਸ ਦਾ ਸਹੀ ਆਂਸਰ ਹੋ ਜਾਊਗਾ ਕੋਬੋਲ ਜੋ ਹੈ ਇਹ ਅੰਗਰੇਜ਼ੀ ਭਾਸ਼ਾ ਵਰਗੀ ਇੱਕ ਉੱਚ ਪੱਧਰੀ ਭਾਸ਼ਾ ਹੈ। ਕੋਬੋਲ ਦੀ ਫੁੱਲ ਫਾਰਮ ਕੀ ਸੀ? ਕੋਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਸੀ ਤੋਂ ਕੋਮਨ, CO ਤੋਂ ਕੋਮਨ, B ਤੋਂ ਬਿਜ਼ਨਸ, O ਤੋਂ ਓਰੀਐਂਟਡ, L ਤੋਂ ਲੈਂਗੁਏਜ। ਕੋਮਨ ਬਿਜ਼ਨਸ ਓਰੀਐਂਟਡ ਲੈਂਗੁਏਜ ਇਸ ਦੀ ਫੁੱਲ ਫਾਰਮ ਹੈ। ਪ੍ਰਸ਼ਨ ਨੰਬਰ 11 ਕਿਹੜੀ ਭਾਸ਼ਾ ਵਿੱਚ ਸਭ ਤੋਂ ਜ਼ਿਆਦਾ ਦਸਤਾਵੇਜ਼ ਸੰਭਵ ਹਨ? ਇਸ ਪ੍ਰਸ਼ਨ ਨੰਬਰ 11 ਤੁਸੀਂ ਸਹੀ ਕਰ ਲੈਣਾ। ਸਭ ਤੋਂ ਜ਼ਿਆਦਾ ਦਸਤਾਵੇਜ਼ ਸੰਭਵ ਹਨ। ਤਾਂ ਇਸ ਦਾ ਸਹੀ ਆਂਸਰ ਹੋ ਜਾਵੇਗਾ ਕੋਬੋਲ, ਆਪਸ਼ਨ B। ਪ੍ਰਸ਼ਨ ਨੰਬਰ 12 ਹੈਗਾ ਜੀ ਸਾਡੇ ਕੋਲ, ਕਿਸ ਭਾਸ਼ਾ ਨੂੰ ਫੋਰਟਰੋਨ, ਐਲਗੋਲ, ਪਾਸਕਲ ਆਦਿ ਭਾਸ਼ਾਵਾਂ ਸਿਖਾਉਣ ਲਈ ਨੀਂਹ ਪੱਥਰ ਕਿਹਾ ਜਾਂਦਾ ਹੈ? ਇਹ ਐਗਜ਼ਾਮ ਵਿੱਚ ਬਹੁਤ ਰਿਪੀਟਡ ਪ੍ਰਸ਼ਨ ਹੈ। ਨੀਂਹ ਪੱਥਰ ਕਿਸ ਭਾਸ਼ਾ ਨੂੰ ਕਿਹਾ ਜਾਂਦਾ? ਤਾਂ ਇਸ ਦਾ ਸਹੀ ਆਂਸਰ ਹੋ ਜਾਊਗਾ ਬੇਸਿਕ। ਠੀਕ ਹੈ ਜੀ। ਪ੍ਰਸ਼ਨ ਨੰਬਰ 12 ਤੋਂ ਬਾਅਦ ਚੱਲਦੇ ਜੀ ਪ੍ਰਸ਼ਨ ਨੰਬਰ 13 'ਤੇ। ਗੁੰਝਲਦਾਰ ਵਿਗਿਆਨਿਕ ਗਣਨਾ ਮਤਲਬ ਕਿ ਜੋ ਪਜ਼ਲ ਕੈਲਕੂਲੇਸ਼ਨ ਹੁੰਦੀ ਹੈ, ਜੋ ਕਹਿਣ ਦਾ ਮਤਲਬ ਜੋ ਬਹੁਤ ਹੀ ਜ਼ਿਆਦਾ ਟਫ ਕੈਲਕੂਲੇਸ਼ਨ ਹੁੰਦੀ ਹੈ, ਉਸ ਲਈ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਰਤੀ ਜਾਂਦੀ ਹੈ? ਤਾਂ ਇਸ ਦਾ ਸਹੀ ਆਂਸਰ ਹੋਗਾ ਫੋਰਟਰੋਨ, ਆਪਸ਼ਨ B। ਪ੍ਰਸ਼ਨ ਨੰਬਰ 43 ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 44 'ਤੇ। ਬੇਸਿਕ ਭਾਸ਼ਾ ਹੇਠ ਲਿਖਿਆਂ ਵਿੱਚੋਂ ਕਿਸ ਕੰਮ ਲਈ ਵਰਤੀ ਜਾਂਦੀ ਹੈ? ਵਪਾਰਕ ਉਦੇਸ਼ ਲਈ, ਨਹੀਂ ਵਪਾਰਕ ਉਦੇਸ਼ ਲਈ ਕੋਬੋਲ ਵਰਤੀ ਜਾਂਦੀ ਹੈ। ਵਿਗਿਆਨਿਕ ਗਣਨਾ ਲਈ ਫੋਰਟਰੋਨ ਵਰਤੀ ਜਾਂਦੀ ਹੈ। ਸ਼ੁਰੂਆਤ ਵਿੱਚ ਸਧਾਰਨ ਭਾਸ਼ਾ ਸਿਖਾਉਣ ਲਈ। ਬਿਲਕੁਲ ਸਹੀ, ਆਪਸ਼ਨ C ਇਸ ਦਾ ਆਂਸਰ ਹੋਵੇਗਾ। 14 ਦਾ ਆਂਸਰ ਕੀ ਹੈ? ਆਪਸ਼ਨ ਨੰਬਰ C। 14 ਤੋਂ ਬਾਅਦ ਚੱਲਦੇ ਜੀ ਪ੍ਰਸ਼ਨ ਨੰਬਰ 15 'ਤੇ। ਉਹ ਭਾਸ਼ਾ ਜਿਸ ਨੂੰ ਕੰਪਿਊਟਰ ਸਮਝਦਾ ਹੈ ਅਤੇ ਚਲਾਉਂਦਾ ਹੈ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸ ਨੂੰ ਮਸ਼ੀਨੀ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਪ੍ਰਸ਼ਨ ਨੰਬਰ 15 ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 'ਤੇ। ਈਮੇਲ ਦਾ ਪੂਰਾ ਨਾਮ ਕੀ ਹੈ? ਇਹ ਤਾਂ ਜੀ ਤੁਸੀਂ ਇਸ ਨੂੰ ਸਟਾਰ ਲਾ ਕੇ ਲਿਖ ਲਓ। ਇਹ ਜੋ ਪ੍ਰਸ਼ਨ ਹੈ ਇਹ ਸਭ ਤੋਂ ਵੱਧ ਰਿਪੀਟਡ ਪ੍ਰਸ਼ਨ ਹੈ। ਈਮੇਲ ਦੀ ਫੁੱਲ ਫਾਰਮ। ਈਮੇਲ ਦੀ ਫੁੱਲ ਫਾਰਮ ਕੀ ਹੈ? ਇਲੈਕਟ੍ਰੋਨਿਕ ਮੇਲ। ਇਲੈਕਟ੍ਰੋਨਿਕ ਮੇਲ ਤੁਸੀਂ ਧਿਆਨ ਰੱਖਣਾ, ਇਲੈਕਟ੍ਰੋਨਿਕ ਮੇਲ, ਆਪਸ਼ਨ A ਇਸ ਦਾ ਸਹੀ ਆਂਸਰ ਹੋਗਾ। ਇਲੈਕਟ੍ਰੋਮੈਗਨੈਟਿਕ ਨਹੀਂ ਕਰਿਆ ਆਉਣਾ ਤੁਸੀਂ ਐਗਜ਼ਾਮ 'ਚ, ਇਲੈਕਟ੍ਰੋਨਿਕ ਮੇਲ ਕਰਨਾ ਹੈ। ਪ੍ਰਸ਼ਨ ਨੰਬਰ 16 ਤੋਂ ਬਾਅਦ ਚੱਲਦੇ ਜੀ ਪ੍ਰਸ਼ਨ ਨੰਬਰ 17 'ਤੇ। ਬਹੁਤੇ ਕੰਪਿਊਟਰ ਸਮਝ ਸਕਦੇ ਹਨ। ਜੋ ਕਿ ਬਹੁਤੇ ਕੰਪਿਊਟਰ ਹਨ ਉਹ ਅੰਗਰੇਜ਼ੀ ਭਾਸ਼ਾ ਵਰਗੀ ਉੱਚ ਪੱਧਰੀ ਭਾਸ਼ਾ ਸਮਝ ਸਕਦੇ ਹਨ। ਕੰਪਿਊਟਰ ਇੰਨੇ ਜ਼ਿਆਦਾ ਵਿਕਸਿਤ ਹੋ ਚੁੱਕੇ ਹਨ। ਇਸ ਦਾ ਸਹੀ ਆਂਸਰ ਹੋਗਾ ਆਪਸ਼ਨ A। ਪ੍ਰਸ਼ਨ ਨੰਬਰ 18 ਵਿੰਡੋਜ਼ ਸਾਫਟਵੇਅਰ ਬਣਾਇਆ ਗਿਆ ਸੀ? ਕਿਹੜੀ ਕੰਪਨੀ ਦੁਆਰਾ ਬਣਾਇਆ ਗਿਆ ਸੀ? ਐਪਲ ਦੁਆਰਾ, ਵਿਪਰੋ ਦੁਆਰਾ, IBM ਦੁਆਰਾ ਜਾਂ ਫਿਰ ਮਾਈਕਰੋਸਾਫਟ? ਸਭ ਤੋਂ ਪਹਿਲਾਂ ਤੁਸੀਂ IBM ਦੀ ਫੁੱਲ ਫਾਰਮ ਵੀ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ। ਤਾਂ IBM ਦੀ ਫੁੱਲ ਫਾਰਮ ਹੁੰਦੀ ਹੈ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ। ਠੀਕ ਹੈ ਜੀ। ਪਰੰਤੂ ਜੋ ਪ੍ਰਸ਼ਨ ਨੰਬਰ 18 ਦਾ ਸਹੀ ਆਂਸਰ ਹੋਵੇਗਾ ਉਹ ਹੋਵੇਗਾ ਆਪਸ਼ਨ D। ਮਾਈਕਰੋਸਾਫਟ ਨੇ ਵਿੰਡੋਜ਼ ਸਾਫਟਵੇਅਰ ਬਣਾਇਆ ਸੀ। ਪ੍ਰਸ਼ਨ ਨੰਬਰ 18 ਤੋਂ ਬਾਅਦ ਚੱਲਦੇ ਜੀ ਪ੍ਰਸ਼ਨ ਨੰਬਰ 19 'ਤੇ। ਵਰਡ ਪ੍ਰੋਸੈਸਿੰਗ ਵਿੱਚ ਕਿਹੜਾ ਸਾਫਟਵੇਅਰ ਵਰਤਿਆ ਜਾਂਦਾ ਹੈ? ਵਰਡ ਪ੍ਰੋਸੈਸਿੰਗ ਵਿੱਚ ਪੇਜ ਮੇਕਰ, ਵਰਡ ਸਟਾਰ ਅਤੇ MS ਵਰਡ ਇਹ ਤਿੰਨੋਂ ਹੀ ਵਰਤੇ ਜਾਂਦੇ ਹਨ। ਤਾਂ ਇਸ ਦਾ ਪ੍ਰਸ਼ਨ ਨੰਬਰ 19 ਦਾ ਸਹੀ ਆਂਸਰ ਹੋ ਜਾਵੇਗਾ ਜੀ ਆਪਸ਼ਨ D। ਪ੍ਰਸ਼ਨ ਨੰਬਰ 19 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 20 ਤੇ। 1.24 ਕਿਲੋਬਾਈਟ ਬਰਾਬਰ ਹੁੰਦੇ ਹਨ? ਤਾਂ ਇਹ ਬਰਾਬਰ ਹੁੰਦੇ ਹਨ ਜੀ ਆਪਸ਼ਨ A 1 ਮੈਗਾਬਾਈਟ ਦੇ। ਤੁਸੀਂ ਇਹ ਧਿਆਨ ਰੱਖਣਾ ਹੈ, ਇਹ ਐਗਜ਼ਾਮ ਵਿੱਚ ਅਕਸਰ ਹੀ ਪੁੱਛਿਆ ਜਾਂਦਾ ਹੈ। ਠੀਕ ਹੈ ਜੀ। 1 KB ਮਤਲਬ ਕਿ 1 ਕਿਲੋਬਾਈਟ ਬਰਾਬਰ ਹੈ ਜੀ 1 ਕਿਲੋਬਾਈਟ ਵਿੱਚ 1024 ਬਾਈਟ ਹੁੰਦੇ ਹਨ। 1024 ਬਾਈਟ ਮਿਲ ਕੇ 1 ਕਿਲੋਬਾਈਟ ਬਣਾਉਂਦੇ ਹਨ ਅਤੇ 1024 KB ਮਿਲ ਕੇ ਕਿਲੋਬਾਈਟ ਮਿਲ ਕੇ 1 MB ਬਣਾਉਂਦੇ ਹਨ ਮੈਗਾਬਾਈਟ, ਅਤੇ 1024 MB ਮਿਲ ਕੇ 1 GB ਬਣਾਉਂਦੇ ਹਨ। GB ਦਾ ਮਤਲਬ ਤੁਸੀਂ ਸਮਝੋ ਗੀਗਾਬਾਈਟ। 1 GB ਅਤੇ 1024 GB ਮਿਲ ਕੇ 1 ਟੈਰਾਬਾਈਟ ਬਣਾਉਂਦੇ ਆ। ਇਹ ਤੁਸੀਂ ਧਿਆਨ ਰੱਖਣਾ ਹੈ। ਇੱਥੇ ਸਾਡੇ ਅੱਜ ਦੇ ਟੋਪ 20 MCQ ਪੂਰੇ ਹੁੰਦੇ ਹਨ। ਜੇਕਰ ਤੁਹਾਨੂੰ ਕਲਾਸ ਇਹ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਕਲਾਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਅੱਜ ਦੀ ਕਲਾਸ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।